ਕਹਿੰਦੇ ਕਿ ਸਰਾਵਾਂ ਦੇ ਉੱਪਰ ਜਾਂ ਹੋਰ ਸੰਸਥਾਨ ਜਿਹੜੇ ਹੈਗੇ ਗੁਰੂ ਘਰਾਂ ਦੇ ਨਾਲ ਉੱਥੇ GST ਲਾਗੂ ਕਰ ਦਿੱਤਾ ਗਿਆ। ਜਿਹੜੇ ਵੀ ਅੰਮ੍ਰਿਤਸਰ ਆਉਂਦੇ ਆ ਉਹ ਉੱਥੇ ਠਹਿਰਦੇ ਆ ਵੱਡੀ ਗਿਣਤੀ ਦੇ ਵਿੱਚ, ਤੇ ਉਹਦੇ ਵਿੱਚ ਜਿਹੜੀ GST ਲਾਉਣਾ ਇੱਕ ਬਹੁਤ ਮੰਦਭਾਗਾ ਜਿਹੜਾ ਹੈ ਕੇਂਦਰ ਸਰਕਾਰ ਦਾ ਜਿਹੜਾ ਫੈਸਲਾ ਹੈਗਾ ਆ। ਇਹ ਉਸੇ ਤਰ੍ਹਾਂ ਦਾ ਫੈਸਲਾ ਹਰਦੀਪ ਸਿੰਘ ਜੀ, ਜਿਸ ਤਰ੍ਹਾਂ ਅਸੀਂ ਮੁਗਲ ਰਾਜ ਦੇ ਵਿੱਚ ਦੇਖਦੇ ਹਾਂ ਕਿ ਜਜ਼ੀਆ ਔਰੰਗਜ਼ੇਬ ਨੇ ਜਜ਼ੀਆ ਲਾ ਦਿੱਤਾ ਸੀਗਾ। ਕੋਈ ਨਾ ਕੋਈ ਚੀਜ਼ ਪਿੱਛੇ ਹੋਊਗੀ ਨਾ ਜਿਹਦੇ ਬਾਰੇ ਇਹ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੋਕ ਕੇ ਕੀ ਦੇਖਣਾ? ਇਹਦੇ ਵਿੱਚ ਇਹੀ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੌਰਾਨ ਪੰਜਾਬੀਆਂ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਜਿਹੜਾ ਹੈ ਮਨਜ਼ੂਰ ਨਹੀਂ ਕੀਤਾ। ਚਿੜ ਕੇ ਜਿਸ ਤਰ੍ਹਾਂ ਕੋਈ ਕੰਮ ਕਰਦੇ ਮੈਨੂੰ ਉਧਰ ਜ਼ਿਆਦਾ ਸੰਭਾਵਨਾ ਲੱਗਦੀ ਹੈ, ਲੇਕਿਨ ਦੇਸ਼ ਦੇ ਹਿੱਤ 'ਚ ਨਹੀਂ ਹੈਗਾ। ਰੁਜ਼ਗਾਰ ਘਟਿਆ ਹੈਗਾ, ਮੌਕੇ ਘਟੇ ਹੈਗੇ, ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਪਿਆ, ਪਰ ਸਰਕਾਰ ਕਹਿੰਦੀ ਕਿ GST ਕਲੈਕਸ਼ਨ ਵਧੀ ਹੈਗੀ। ਜਿਹੜੇ ਗਵਾਂਢ ਦੇ ਵਿੱਚ ਸਰਕਾਰ ਨੂੰ ਉਹ ਤੋਂ ਸਬਕ ਲੈਣਾ ਚਾਹੀਦਾ ਜੋ ਸ੍ਰੀਲੰਕਾ ਦੇ ਵਿੱਚ ਹੋਇਆ। ਛੇਤੀ ਇਧਰਲੇ ਪਾਸੇ ਕਵਾਇਦ ਵਿੱਢੀ ਜਾਵੇ। ਲੱਗਦਾ ਹੈ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬੜੀਆਂ ਅਹਿਮ ਹੋਣਗੀਆਂ ਜੇ ਕਰਵਾ ਲਈਆਂ ਜਾਣ। ਅਸੀਂ ਦੇਖਿਆ ਕਿ ਹੁਣ 13 ਸਾਲ ਜਿਹੜੇ ਆ ਹੁਣ ਜਾ ਰਹੇ ਹੈਗੇ ਆ ਇਲੈਕਸ਼ਨ, ਤੇ ਇਹਦੇ ਵਿੱਚ ਹਰਦੀਪ ਸਿੰਘ ਮੈਂ ਦੱਸਣਾ ਚਾਹੁੰਦਾ, ਜਦੋਂ ਹਿੰਦੁਸਤਾਨ ਨੂੰ ਆਜ਼ਾਦੀ ਨਹੀਂ ਸੀ ਮਿਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਸੀ। ਮੀਟਿੰਗਾਂ ਹੋਈਆਂ, ਤੁਹਾਡੇ ਨੇੜੇ ਹੀ ਦਫ਼ਤਰ ਹੈਗਾ ਉਹਨਾਂ ਦਾ, ਤੇ ਮੀਟਿੰਗਾਂ ਲਗਾਤਾਰ ਚੱਲ ਰਹੀਆਂ, ਪਰ ਕਹਿੰਦੇ ਪ੍ਰਧਾਨਗੀ ਦੀ ਕੁਰਸੀ ਉੱਥੇ ਹੀ ਟਿਕੀ ਹੋਈ, ਬਾਕੀ ਸਾਰੀ ਤੋੜ ਭੱਜ ਹੋ ਗਈ ਹੈ। ਉੱਥੇ ਹੁਣ ਸੈਕੰਡ ਕਲਾਸ ਦੀ ਕੋਈ ਜਿਹੜੀ ਹੈ ਉਹ ਲੀਡਰਸ਼ਿਪ ਹੈ ਨਹੀਂ ਗੀ। ਜਿਹੜੀ ਹੈਗੀ ਆ ਲੀਡਰਸ਼ਿਪ ਉਹ ਸਾਰੇ ਉਸੇ ਰੋਗ ਦਾ ਸ਼ਿਕਾਰ ਹੈ, ਜਿਹੜਾ ਰੋਗ ਦਾ ਪਰਿਵਾਰਵਾਦ ਦਾ, ਜਿਹਦੇ ਕਰਕੇ ਸੁਖਬੀਰ ਬਾਦਲ ਨੂੰ ਬਾਹਰ ਭੇਜਿਆ ਜਾ ਰਿਹਾ ਜਾਂ ਉਹਦੇ ਮੰਗ ਕੀਤੀ ਜਾ ਰਹੀ ਹੈ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਹਾਲ ਹੀ ਦੇ ਵਿੱਚ ਇੱਕ ਖਬਰ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਆਸੀ ਗਲਿਆਰਿਆਂ ਦੇ ਨਾਲ ਨਾਲ ਧਾਰਮਿਕ ਗਲਿਆਰਿਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਚਰਚਾ ਛਿੜੀ ਹੋਈ ਹੈ। ਜਿਹੜਾ GST ਦਾ ਮਸਲਾ ਇਸ ਵਾਰ ਫਿਰ ਇੱਕ ਵਾਰ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ, ਜਿਸ ਤਰੀਕੇ ਨਾਲ ਕਹਿੰਦੇ ਕਿ ਸਰਾਵਾਂ ਦੇ ਉੱਪਰ ਜਾਂ ਹੋਰ ਸੰਸਥਾਨ ਜਿਹੜੇ ਹੈਗੇ ਗੁਰੂ ਘਰਾਂ ਦੇ ਨਾਲ ਉੱਥੇ GST ਲਾਗੂ ਕਰ ਦਿੱਤਾ ਗਿਆ। ਪਿੱਛੇ ਜੇ ਤੁਹਾਡੇ ਧਿਆਨ ਦੇ ਵਿੱਚ ਵੀ ਹੋਣਾ ਕਿ ਲੰਗਰ ਤੇ GST ਲਗਾਇਆ ਗਿਆ ਸੀ ਤਾਂ ਵੱਡੇ ਪੱਧਰ ਤੇ ਵਿਵਾਦ ਹੋਇਆ ਸੀ ਅਤੇ ਕੇਂਦਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ। ਉਸੇ ਤਰੀਕੇ ਨਾਲ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਇਹ GST ਕਿਸ ਤਰੀਕੇ ਨਾਲ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ। ਸਾਡੇ ਨਾਲ ਜ਼ਿਆਦਾ ਗੱਲਬਾਤ ਦੇ ਲਈ ਖੁਸ਼ਹਾਲ ਸਿੰਘ ਜੀ ਨੇ, ਸਿੱਖ ਆਗੂ ਨੇ, ਚਿੰਤਕ ਨੇ, ਗੱਲਬਾਤ ਕਰਕੇ ਸਮਝਣਾ ਕਿ ਇਸ ਪੂਰੇ ਮਾਮਲੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ। ਖੁਸ਼ਹਾਲ ਜੀ, ਇਹ ਜਿਹੜੀ ਚੀਜ਼ ਹੈਗੀ ਹੈ ਬੜੇ ਲੰਮੇ ਸਮੇਂ ਤੋਂ ਪਹਿਲਾਂ ਵੀ ਇਦਾਂ ਦੀਆਂ ਚੀਜ਼ਾਂ ਰਹੀਆਂ, ਜਦੋਂ ਲੰਗਰ ਦੇ ਉੱਪਰ GST ਲਗਾ ਦਿੱਤਾ ਗਿਆ ਸੀਗਾ, ਤੇ ਹੁਣ ਫਿਰ ਇੱਕ ਵਾਰ ਫਿਰ ਉਹੀ ਚੀਜ਼ ਲੱਗਦਾ ਕਿ ਇਹ ਸਰਕਾਰਾਂ ਜਾਂ ਜਿਹੜੇ ਸਿਆਸੀ ਆਕਾ ਨੇ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਛੇੜ ਕਰਕੇ ਮਾਹੌਲ ਜਿਹਾ ਖਰਾਬ ਜਾਂ ਮਾਹੌਲ ਜਿਹਾ ਭਖਾਈ ਰੱਖਣਾ ਚਾਹੁੰਦੇ ਨੇ। ਬਿਲਕੁਲ ਜੀ, ਜਿਸ ਤਰੀਕੇ ਨਾਲ ਪਹਿਲਾਂ ਵੀ ਤੁਸੀਂ ਜ਼ਿਕਰ ਕਰਕੇ ਆਏ ਹੋ ਕਿ ਪਹਿਲਾਂ ਲੰਗਰ ਦੇ ਉੱਤੇ GST ਲਾਈ ਸੀਗੀ, ਫਿਰ ਉਹਨੂੰ ਖੈਰਾਤ ਦੇ ਖਾਤੇ ਵਿੱਚ ਪਾ ਕੇ ਜਿਸ ਤਰੀਕੇ ਨਾਲ ਉਹਨੂੰ ਮੁਕਤ ਕੀਤਾ ਗਿਆ, ਉਹ ਵੀ ਆਪਣੇ ਆਪ 'ਚ ਸਵਾਲਾਂ ਦੇ ਘੇਰੇ 'ਚ ਸੀਗੇ। ਹਾਲਾਂਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦਾ ਪਾਰਟਨਰ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਉੱਤੇ ਵੀ ਕਾਬਜ਼ ਸੀ। ਅਤੇ ਹੁਣ ਜਿਹੜਾ ਨਵਾਂ ਆਰਡਰ ਆਇਆ ਕਿ 3 ਸਰਾਵਾਂ ਜਿਹੜੀਆਂ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਆਉਂਦੀਆਂ ਨੇ, ਅਤੇ ਕੰਟਰੋਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉੱਥੇ ਠਹਿਰਦੇ ਵੀ ਜਿਹੜੇ ਆ ਉਹ ਆਮ ਯਾਤਰੀ, ਆਮ ਲੋਕ ਠਹਿਰਦੇ, ਸ਼ਰਧਾਲੂ ਠਹਿਰਦੇ ਆ। ਅਸੀਂ ਨਹੀਂ ਕਹਿੰਦੇ ਕਿ ਸਿਰਫ ਸਿੱਖ ਠਹਿਰਦੇ ਆ, ਜਿਹੜੇ ਵੀ ਅੰਮ੍ਰਿਤਸਰ ਆਉਂਦੇ ਆ ਉਹ ਉੱਥੇ ਠਹਿਰਦੇ ਆ ਵੱਡੀ ਗਿਣਤੀ ਦੇ ਵਿੱਚ, ਅਤੇ ਉਹਦੇ ਵਿੱਚ ਜਿਹੜੀ GST ਲਾਉਣਾ ਇੱਕ ਬਹੁਤ ਮੰਦਭਾਗਾ ਜਿਹੜਾ ਹੈ ਕੇਂਦਰ ਸਰਕਾਰ ਦਾ ਜਿਹੜਾ ਫੈਸਲਾ ਹੈਗਾ ਆ। ਇਹਦੇ ਵਿੱਚ ਇਹ ਉਸੇ ਤਰ੍ਹਾਂ ਦਾ ਫੈਸਲਾ ਹਰਦੀਪ ਸਿੰਘ ਜੀ, ਜਿਸ ਤਰ੍ਹਾਂ ਅਸੀਂ ਮੁਗਲ ਰਾਜ ਦੇ ਵਿੱਚ ਦੇਖਦੇ ਹਾਂ ਕਿ ਜਜ਼ੀਆ ਔਰੰਗਜ਼ੇਬ ਨੇ ਜਜ਼ੀਆ ਲਾ ਦਿੱਤਾ ਸੀਗਾ ਕਿ ਦੂਸਰੇ ਧਰਮ ਦੇ ਜਿਹੜੇ ਬੰਦੇ ਆ ਉਹਨਾਂ ਦੇ, ਹਿੰਦੂਆਂ ਦੇ ਉੱਤੇ, ਖਾਸ ਕਰਕੇ ਹਿੰਦੂ ਤੀਰਥਾਂ ਦੇ ਉੱਤੇ ਜਾਣ ਦਾ ਟੈਕਸ ਹੈ ਜਿਹੜਾ ਆ ਉਹ ਵਸੂਲ ਕਰਦੇ ਸੀ। ਇਸੇ ਤਰ੍ਹਾਂ GST ਹੈ ਜਿਹੜੀ ਆ ਉਹ ਸਿੱਖ ਸਮਾਜ ਜਿਹੜਾ ਉਹਨੂੰ ਮਹਿਸੂਸ ਕਰ ਰਿਹਾ ਹੈਗਾ ਆ ਕਿ ਉਹ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਜਦੋਂ ਹਰ ਦੇਸ਼ ਦੇ ਵਿੱਚ ਆਪਣੇ ਨਾਗਰਿਕਾਂ ਨੂੰ ਸਹੂਲਤਾਂ ਦਿੰਦਾ ਹੈਗਾ ਆ, ਚੈਰਿਟੀ 'ਚ ਗਿਣਿਆ ਜਾਂਦਾ। ਬਾਹਰ ਯੂਰਪ ਦੇ ਵਿੱਚ ਅਸੀਂ ਦੇਖਿਆ ਜਿਹੜੇ ਇਸ ਤਰ੍ਹਾਂ ਦੇ ਲੋਕ ਕੰਮ ਕਰਦੇ ਆ, ਜਿੱਥੇ ਕੋਈ ਵੀ ਦੁਨੀਆ ਦਾ ਵਿਅਕਤੀ ਆ ਕੇ ਲੰਗਰ ਛਕ ਸਕਦਾ ਹੋਵੇ, ਠਹਿਰ ਸਕਦਾ ਹੋਵੇ,
ਤੇ ਇਹ ਤਾਂ ਸਰਕਾਰ ਦਾ ਹੀ ਵੱਡਾ ਕੰਮ ਹੈ, ਸਰਕਾਰ ਨੇ ਕਰਨੇ ਹੁੰਦੇ ਵੱਡੇ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਠਹਿਰਨ ਦਾ ਪ੍ਰਬੰਧ। ਉਹਦੇ ਵਿੱਚ ਜਿਹੜੇ ਲੋਕ ਇਸ ਤਰ੍ਹਾਂ ਸੇਵਾ ਭਾਵਨਾ ਨਾਲ ਨਿਸ਼ਕਾਮ ਸੇਵਾ ਕਰ ਰਹੇ ਆ, ਉਹਨਾਂ ਨੂੰ ਜਿਹੜੇ ਆ ਉਤਸ਼ਾਹਿਤ ਕਰਨਾ ਹੁੰਦਾ ਸਰਕਾਰ ਨੇ, ਨਾ ਕਿ ਉਹਨਾਂ ਦੇ ਉੱਤੇ ਟੈਕਸ ਲਾ ਕੇ ਉਹਨਾਂ ਦੇ ਜਿਹੜੇ ਆ ਕੰਮ ਦੇ ਵਿੱਚ ਹੋਰ ਜਿਹੜਾ ਤੁਸੀਂ ਬੋਝ ਹੈ ਜਿਹੜੇ ਅੰਤ ਨੂੰ ਹੋਏਗਾ ਕੀ, ਕਿਸੇ ਨੇ ਪੱਲੇ ਉੱਤੇ ਦੇਣਾ ਨਹੀਂਗਾ। ਉਹ ਜਿਹੜਾ ਗਰੀਬ ਵਿਅਕਤੀ ਜਾ ਰਿਹਾ ਹੈਗਾ ਆ ਉਹਦੇ ਉੱਤੇ ਇਹਦਾ ਬੋਝ ਪਏਗਾ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਨੂੰ ਇਹ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਨੇ ਕਈ ਵਾਰੀ ਆਪਣੇ ਛੋਟੇ ਬੈਨੀਫਿਟ ਲੈਣ ਵਾਸਤੇ ਇਹ ਜਿਹੜੀਆਂ 3 ਸਰਾਵਾਂ ਨੇ ਪ੍ਰਬੰਧਕ ਤੌਰ 'ਤੇ ਦਰਬਾਰ ਸਾਹਿਬ ਕੰਪਲੈਕਸ ਨਾਲ ਅਲੱਗ ਕੀਤੀਆਂ ਹੋਈਆਂ ਨੇ। ਇਹ ਗਲਤੀ ਤਾਂ ਉਹਨਾਂ ਦੀ ਹੈ, ਉਹਦਾ ਹਿੱਸਾ ਹੋਣਾ ਚਾਹੀਦਾ। ਜੇ ਉਹਦਾ ਹਿੱਸਾ ਹੋਏ ਤਾਂ ਹੋ ਸਕਦਾ GST ਨਾ ਲਾਉਂਦੇ, ਕਿ ਦਰਬਾਰ ਸਾਹਿਬ ਨਾਲ ਉਹਨਾਂ ਕੀਤਾ ਸੀ। ਹੁਣ ਇਹਨਾਂ ਨੇ ਜਿਹੜਾ ਬਾਹਰ ਹੈਗੇ ਆ, ਇੱਕ ਤਾਂ ਜਿਹਦੇ ਵਿੱਚ ਦਿੱਲੀ ਕਮੇਟੀ ਦਾ ਹੁੰਦਾ ਹੈਗਾ ਆ, ਇੱਕ ਜਿਹੜਾ ਆ ਬਾਬਾ ਦੀਪ ਸਿੰਘ ਜਿਹੜਾ ਸ਼ਹੀਦਾਂ ਦੇ ਸਾਈਡ 'ਤੇ ਹੈਗੀ ਸਰਾਂ, ਉਹਦੇ ਇੱਕ ਹੋਰ ਸਰਾਂ ਆ। ਇਹ ਜਿਹੜੀਆਂ 3 ਸਰਾਵਾਂ ਨੇ ਇਹਨਾਂ ਨੂੰ ਆਪਣੇ ਲਿਆ ਹੈਗਾ ਆ। ਅਤੇ ਇਹ ਵੀ ਸਰਕਾਰ, ਕੇਂਦਰ ਸਰਕਾਰ ਵੀ ਟੋਹ ਕੇ ਦੇਖਦੀ ਹੈ ਕਿ ਸਿੱਖਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਕਿੰਨੀ ਕੁ ਸਹਿਣ ਸ਼ਕਤੀ ਹੈਗੀ ਹੈ। ਸਵਾਲ ਕਰਨ ਲੱਗਾ ਸੀ, ਮਨਸ਼ਾ ਕੀ ਲੱਗਦੀ ਹੈ ਇਹਦੇ ਪਿੱਛੇ? ਸਿਰਫ ਟੋਹ ਕੇ ਦੇਖਣਾ ਅਲੱਗ ਚੀਜ਼ ਹੈਗੀ ਕਿ ਟੋਹ ਕੇ ਦੇਖਣਾ, ਉਸ ਤੋਂ ਬਾਅਦ ਟੋਹ ਕੇ ਕਰਨਾ ਕੀ ਚਾਹੁੰਦੇ ਆ, ਮਨਸ਼ਾ ਕੀ ਨਜ਼ਰ ਆਉਂਦੀ ਤੁਹਾਨੂੰ ਇਸ ਤਰੀਕੇ ਨਾਲ? ਕਿਉਂਕਿ ਕੋਈ ਨਾ ਕੋਈ ਚੀਜ਼ ਪਿੱਛੇ ਹੋਊਗੀ ਨਾ ਜਿਹਦੇ ਬਾਰੇ ਇਹ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟੋਹ ਕੇ ਕੀ ਦੇਖਣਾ ਚਾਹੁੰਦੇ ਹੋ? ਮੈਨੂੰ ਲੱਗਦਾ ਕਿ BJP ਦਾ ਜਿਹੜਾ ਹੈਗਾ ਇਹਦੇ ਵਿੱਚੋਂ ਕੋਈ ਬਹੁਤਾ ਪੈਸਾ ਤਾਂ ਉਹਨਾਂ ਨੂੰ ਆਉਣ ਨਹੀਂ ਲੱਗਿਆ ਹੈਗਾ। ਇਹਦੇ ਵਿੱਚ ਇਹੀ ਹੈ ਕਿ ਜਿਹੜਾ ਪਿਛਲੇ ਸਮੇਂ ਦੇ ਵਿੱਚ ਦਰਮਿਆਨ ਪੰਜਾਬੀਆਂ ਨੇ ਉਹਨਾਂ ਦੀ ਜਿਹੜੀ ਸੋਚ ਹੈ ਉਹਨੂੰ ਜਿਹੜਾ ਮਨਜ਼ੂਰ ਨਹੀਂ ਕੀਤਾ। ਖਾਸ ਕਰਕੇ ਭਾਵੇਂ ਉਹ ਕਸ਼ਮੀਰ ਨੂੰ ਮਸਲੇ ਨੂੰ ਲੈ ਕੇ ਹੋਵੇ, ਦੈਨ ਕਾਨੂੰਨਾਂ ਦੇ ਮਸਲੇ ਨੂੰ ਲੈ ਕੇ ਹੋਵੇ, ਜਾਂ ਪਿੱਛੇ ਇਲੈਕਸ਼ਨਾਂ ਦੇ ਵਿੱਚ ਜਿਸ ਤਰ੍ਹਾਂ BJP ਚਾਹੁੰਦੀ ਹੈਗੀ ਹੈ ਜਿਸ ਤਰ੍ਹਾਂ ਦੇਸ਼ ਨੂੰ ਚਲਾਉਣਾ, ਉਹਦੇ ਵਿੱਚ ਸਿੱਖ ਕਿਤੇ ਨਾ ਕਿਤੇ ਰੁਕਾਵਟ ਬਣ ਰਹੇ ਆ। ਖਾਸ ਕਰਕੇ ਡੈਸਪੋਰਾ 'ਤੇ ਬੈਠੇ ਸਿੱਖ ਆ ਜਿਹੜੇ, ਜਦੋਂ ਮੋਦੀ ਸਾਹਿਬ ਜੀ ਦੌਰੇ 'ਤੇ ਗਏ ਤਾਂ ਉਹਨਾਂ ਦਾ ਵਿਰੋਧ ਕਰਦੇ ਆ ਉੱਥੇ ਕਾਫੀ। ਅਤੇ ਇਸ ਸਾਰੇ ਜਿਹੜਾ ਵਰਤਾਰੇ ਆ ਇਹਦੇ ਤੋਂ ਜਿਹੜਾ ਆ ਚਿੜ ਕੇ ਜਿਸ ਤਰ੍ਹਾਂ ਕੋਈ ਕੰਮ ਕਰਦੇ ਆ, ਮੈਨੂੰ ਉਧਰ ਜ਼ਿਆਦਾ ਸੰਭਾਵਨਾ ਲੱਗਦੀ ਹੈ। ਲੇਕਿਨ ਦੇਸ਼ ਦੇ ਹਿੱਤ 'ਚ ਨਹੀਂ ਹੈਗਾ, ਇਹ ਪੰਜਾਬ ਦੇ ਹਿੱਤ 'ਚ ਨਹੀਂ ਹੈਗਾ। ਤੁਸੀਂ ਜਿਹੜੇ ਕਿਉਂਕਿ ਬਹੁਤ ਅਮੀਰ ਲੋਕ ਇਹਨਾਂ ਸਰਾਵਾਂ ਦੇ ਵਿੱਚ ਨਹੀਂ ਠਹਿਰਦੇ, ਜਨ ਸਧਾਰਨ ਬੰਦੇ ਠਹਿਰਦੇ ਆ। ਉਹਨਾਂ ਦੇ ਉੱਤੇ ਪਹਿਲਾਂ ਹੀ ਜਿਹੜਾ ਤੁਸੀਂ ਇੰਨੇ ਜ਼ਿਆਦਾ ਬੋਝ ਪਾਏ ਹੋਏ ਆ ਕਿ ਉਹਨਾਂ ਦੇ ਜਿਹੜੇ ਰੋਜੀ ਰੋਟੀ ਦੀ ਪ੍ਰੋਬਲਮ ਹੈ ਉਹਨਾਂ ਦੇ ਸਾਹਮਣੇ ਆ। ਇੰਨੀ ਮਹਿੰਗਾਈ ਹੈ ਜੇ ਅਸੀਂ ਦੇਖ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ, ਜਿਸ ਤਰ੍ਹਾਂ ਦੇ ਅੰਕੜੇ ਆ ਰਹੇ ਆ ਕਿ ਸਿਰਫ 7% ਲੋਕਾਂ ਨੂੰ ਜਿਹੜੀ ਹੈ ਰੁਜ਼ਗਾਰ ਨੌਕਰੀ ਦੇ ਪਾਈ ਹੈ ਸਰਕਾਰ ਪਿਛਲੇ 10 ਸਾਲਾਂ 'ਚ। ਅਤੇ ਇਸ ਸਮੇਂ ਦੇ ਦੌਰਾਨ ਜਦੋਂ ਲੋਕਾਂ ਦੀਆਂ ਕਰੋਨਾ ਦੌਰ ਦੇ ਵਿੱਚ ਹੋਰ ਬਹੁਤ ਲੋਕਾਂ ਦੇ ਉੱਤੇ ਬੋਝ ਪਿਆ ਹੋਇਆ, ਉਹਨਾਂ ਜੀਵਨ ਨਿਰਭਰ ਪਹਿਲਾਂ ਹੀ ਔਖਾ ਹੈ ਗਰੀਬ ਦਾ, ਉਹਦੇ ਉੱਤੇ ਤੁਸੀਂ ਹੋਰ ਜਿਹੜਾ ਆ ਇੰਨਾ ਜ਼ਿਆਦਾ ਬੋਝ ਪਾਓਗੇ ਤਾਂ ਉਹਦੇ ਨਾਲ ਜਿਹੜਾ ਆ ਕੋਈ ਬਹੁਤਾ ਜਿਹੜੇ ਨਹੀਂ ਨਿਕਲਦੇ। ਖੁਸ਼ਹਾਲ ਜੀ, ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਪਾਸੇ ਸਰਕਾਰ ਆਪਣੀਆਂ ਚੰਗੀਆਂ ਚੀਜ਼ਾਂ ਗਣਾਉਣ ਦੇ ਵਿੱਚ ਲੱਗੀ ਹੋਈ ਹੈ, ਅਸੀਂ ਜ਼ਿਕਰ ਕਰ ਰਹੇ ਸੀਗੇ, ਤੁਸੀਂ ਆਪਣੇ ਵੱਲੋਂ ਦੱਸਣ ਦੇ ਆ ਕਿ ਰੁਜ਼ਗਾਰ ਘਟਿਆ ਹੈਗਾ, ਮੌਕੇ ਘਟੇ ਹੈਗੇ, ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਪਿਆ, ਪਰ ਸਰਕਾਰ ਕਹਿੰਦੀ ਕਿ GST ਕਲੈਕਸ਼ਨ ਵਧੀ ਹੈਗੀ, ਦੇਸ਼ ਚੰਗੀਆਂ ਲੀਹਾਂ ਤੇ ਚੱਲ ਰਿਹਾ ਹੈਗਾ। ਇਹ ਚੰਗੀਆਂ ਲੀਹਾਂ ਕਿਹੜੀਆਂ ਨੇ, ਨਜ਼ਰ ਆ ਰਹੀਆਂ ਨੇ ਤੁਹਾਨੂੰ? ਬਿਲਕੁਲ ਜੀ, ਜਿਸ ਤਰ੍ਹਾਂ ਕੱਲ੍ਹ ਵੀ ਮਹਿੰਗਾਈ ਦਾ ਸਾਰੇ ਦੌਰ ਅਸੀਂ ਦੇਖ ਹੀ ਰਹੇ, ਜਿਸ ਦੌਰ ਤੋਂ ਅਸੀਂ ਗੁਜ਼ਰ ਰਹੇ ਹੈਗੇ ਹਾਂ, ਮਹਿੰਗਾਈ ਦੀ ਕਿੱਥੇ ਤੱਕ ਪਹੁੰਚੀ ਹੈਗੀ ਹੈ ਇਹਨਾਂ ਪਿਛਲੇ ਕੁਝ ਸਾਲਾਂ ਦੇ ਵਿੱਚ। ਲੇਕਿਨ ਸਰਕਾਰ ਉਸ ਨੂੰ ਪੋਜ਼ੀਟਿਵ ਬਣਾ ਕੇ ਪੇਸ਼ ਕਰ ਰਹੀ ਹੈ ਕਿ ਪੰਜਾਬ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਬਹੁਤ ਠੀਕ ਖੜਾ ਆ। ਸਾਡੇ ਜਿਹੜੇ ਗੁਆਂਢ ਦੇ ਵਿੱਚ ਸਰਕਾਰ ਨੂੰ ਉਹ ਤੋਂ ਸਬਕ ਲੈਣਾ ਚਾਹੀਦਾ ਜੋ ਸ੍ਰੀਲੰਕਾ ਦੇ ਵਿੱਚ ਹੋਇਆ। ਸ੍ਰੀਲੰਕਾ ਦੇ ਵਿੱਚ ਵੀ ਜਿਹੜਾ ਵੱਡਾ ਸੰਕਟ ਪੈਦਾ ਹੋ ਗਿਆ ਹੈ, ਰਾਜਸੀ ਸੰਕਟ ਹੈ, ਆਰਥਿਕ ਸੰਕਟ ਹੈ, ਔਰ ਸਾਡੇ ਵੀ ਆਰਥਿਕ ਸੰਕਟ ਵੱਲ ਤਾਂ ਅਸੀਂ ਵਧ ਹੀ ਰਹੇ ਹਾਂ। ਜਿਸ ਤਰੀਕੇ ਅਸੀਂ ਆਪਣੇ ਯੂਥ ਨੂੰ ਜੋਬ ਨਹੀਂ ਦੇ ਸਕ ਰਹੇ, ਔਰ ਜਿਹੜੀਆਂ ਸਹੂਲਤਾਂ ਨੇ ਉਹਨੂੰ ਕੰਟੀਨਿਊ ਰੱਖਣ ਦੇ ਵਿੱਚ ਜਿਹੜੀਆਂ ਵੱਡੀਆਂ ਜਿਹੜੀਆਂ ਰੁਕਾਵਟਾਂ ਪੈਦਾ ਹੋ ਰਹੀਆਂ ਨੇ। ਰੋਜ਼ ਨਿੱਤ ਜਿਹੜੇ ਬੈਂਕ ਹੈ ਉਹਨਾਂ ਦੇ ਖਾਤਮਾ ਵੱਲ ਜਾ ਰਿਹਾ ਹੈਗਾ। ਸੋ ਸਾਨੂੰ ਜਿਹੜਾ ਆ ਉਹ ਜ਼ਮੀਨੀ ਹਕੀਕਤਾਂ ਦੇਖ ਕੇ ਗੱਲ ਕਰਨੀ ਚਾਹੀਦੀ ਹੈ। ਔਰ ਇੱਕ ਪਾਸੇ ਸਰਕਾਰ ਨੇ ਕਿਹਾ ਵੀ ਹੈ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਕਿ ਲੋਕ ਲਵਾਊ ਜਿਹੜੇ ਆ ਨਾਅਰੇ ਧੋਣਾਂ 'ਚ ਨਾ ਦਿੱਤੇ ਜਾਣੇ, ਇਸ ਦੇਸ਼ ਵਾਸਤੇ ਬੜੇ ਘਾਤਕ ਨੇ, ਤੋ ਆਪ ਉਹੀ ਕਰਦੇ ਰਹੇ। ਬੜੀਆਂ ਚੀਜ਼ਾਂ ਚਿੰਤਾ ਵਾਲੀਆਂ ਨੇ ਕਿ ਕਹਿਣਾ ਕੁਝ ਤੇ ਕਰਨਾ ਕੁਝ। ਇਸ ਵੇਲੇ ਹਾਲਾਤ ਵੀ ਅਜਿਹੇ ਬਣੇ ਹੋਏ ਨੇ ਕਿ ਹੱਲੇ ਵੀ ਨੌਕਰੀਆਂ ਦੇ ਵਾਅਦੇ, ਕਿਉਂਕਿ ਹੁਣ ਗੁਜਰਾਤ ਦੀਆਂ ਚੋਣਾਂ, ਹਰਿਆਣੇ ਦੀਆਂ, ਹਿਮਾਚਲ ਦੀਆਂ ਚੋਣਾਂ, ਤੇ ਉੱਥੇ ਵੀ ਲੋਕਾਂ ਨੂੰ ਲੱਖਾਂ ਨੌਕਰੀਆਂ ਦੇ ਵਾਅਦੇ ਕੀਤੇ ਜਾਣੇ, ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਖੜੇ ਹੁੰਦੇ ਨੇ। ਖੁਸ਼ਹਾਲ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸੀਂ ਗੱਲ ਕਰ ਲਈਏ, ਇਲੈਕਸ਼ਨਾਂ ਦਾ ਜਿਹੜਾ ਲੰਮਾ ਸਮਾਂ ਬੀਤ ਗਿਆ, ਹੁਣ ਦੁਬਾਰਾ ਚਰਚਾ ਛਿੜੀ ਹੋਈ ਹੈ। ਕਹਿੰਦੇ ਕਿ ਕੁਝ ਅਧਿਕਾਰੀਆਂ ਦੀ ਨਿਯੁਕਤੀ ਤਾਂ ਹੋ ਗਈ ਦਫ਼ਤਰ ਦੇ, ਤੇ ਸ਼ਾਇਦ
ਛੇਤੀ ਇਧਰਲੇ ਪਾਸੇ ਕਵਾਇਦ ਵਿੱਢੀ ਜਾਵੇ। ਲੱਗਦਾ ਹੈ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬੜੀਆਂ ਅਹਿਮ ਹੋਣਗੀਆਂ ਜੇ ਕਰਵਾ ਲਈਆਂ ਜਾਣ। ਬਿਲਕੁਲ ਸਿੱਖਾਂ ਦਾ ਤੇ ਕਿ ਪੰਜਾਬੀਆਂ ਦਾ ਇਹ ਹੱਕ ਬਣਦਾ ਕਿ ਉਹਨਾਂ ਨੂੰ, ਕਿਉਂਕਿ ਉਹ ਇੱਕ ਲੋਕਤੰਤਰ ਇਹ ਤਰੀਕਾ ਮਿਲਿਆ ਹੋਇਆ ਬਿੱਲ ਹੈ ਉਹਨਾਂ ਦਾ, ਅਤੇ ਸੰਵਿਧਾਨ ਨੇ ਉਹਨਾਂ ਨੂੰ ਹੱਕ ਦਿੱਤਾ ਕਿ ਉਹਨਾਂ ਨੂੰ 5 ਸਾਲ ਬਾਅਦ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਹੈ। ਅਸੀਂ ਦੇਖਿਆ ਕਿ ਹੁਣ 13 ਸਾਲ ਜਿਹੜੇ ਆ ਹੁਣ ਜਾ ਰਹੇ ਹੈਗੇ ਆ ਇਲੈਕਸ਼ਨ, ਅਤੇ ਇਹਦੇ ਵਿੱਚ ਹਰਦੀਪ ਸਿੰਘ ਮੈਂ ਦੱਸਣਾ ਚਾਹੁੰਦਾ, ਜਦੋਂ ਹਿੰਦੁਸਤਾਨ ਨੂੰ ਆਜ਼ਾਦੀ ਨਹੀਂ ਸੀ ਮਿਲੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਸੀਗੀਆਂ, ਅਤੇ ਆਜ਼ਾਦੀ ਮਿਲਣ ਤੋਂ ਬਾਅਦ ਕਦੀ 17 ਸਾਲ ਬੀਤ ਜਾਂਦੇ ਆ, ਕਦੀ ਮਤਲਬ ਕਦੀ ਵੀ ਟਾਈਮ ਇੱਕ ਵੀ ਸਮਾਂ ਐਵੇਂ ਦਾ ਨਹੀਂ ਜਦੋਂ ਟਾਈਮ 'ਤੇ ਇਲੈਕਸ਼ਨਾਂ ਹੋਈਆਂ ਹੋਣ। ਅਤੇ ਜਿਸ ਤਰੀਕੇ ਨਾਲ ਪਹਿਲਾਂ ਪੰਚਾਇਤ ਦੇ ਵਿੱਚ ਸੁਧਾਰ ਕੀਤਾ ਗਿਆ, ਚਾਹੀਦਾ ਤਾਂ ਇੱਥੇ ਵੀ ਸੁਧਾਰ ਹੈ ਕਿ ਹਰ ਸਾਲ 5 ਸਾਲ ਬਾਅਦ ਜਦੋਂ ਸਮਾਂ ਹੋ ਜਾਂਦਾ ਇਹ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ। ਪਰੰਤੂ ਕੇਂਦਰ ਸਰਕਾਰ ਹਮੇਸ਼ਾ ਉਦੋਂ ਕਰਾਉਂਦੀ ਹੈ ਜਦੋਂ ਉਹਦੇ ਮਨ ਭਾਉਂਦੇ ਬੰਦਿਆਂ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਜਾਏਗੀ। ਫਿਲਹਾਲ ਜਿਹੜੇ BJP ਤੋਂ ਥਾਪੜਾ ਲੈ ਕੇ ਗਰੁੱਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਮੈਦਾਨ 'ਚ ਆਏ ਹੋਏ ਆ, ਜਿੰਨਾ ਚਿਰ ਤੱਕ ਕੇਂਦਰ ਸਰਕਾਰ ਨੂੰ ਇਹ ਪੂਰਾ ਯਕੀਨ ਨਹੀਂ ਹੋ ਜਾਂਦਾ ਕਿ ਇਹ ਧੜੇ ਜਿੱਤਣ ਦੇ ਸਮਰੱਥ ਨੇ, ਉਹਨਾਂ ਚਿਰ ਮੈਨੂੰ ਲੱਗਦਾ ਇਲੈਕਸ਼ਨ ਨਹੀਂ ਕਰਵਾਏਗੀ ਕੇਂਦਰ ਸਰਕਾਰ। ਕਿਉਂਕਿ ਹਾਲੇ ਜਿਹੜਾ ਆ ਇਹ ਅਖਬਾਰਾਂ ਅਤੇ ਮੀਡੀਆ ਦੇ ਵਿੱਚ ਰੌਲਾ ਆ, ਗਰਾਊਂਡ ਦੇ ਉੱਤੇ ਤਾਂ ਜਦੋਂ ਇੱਥੇ ਪ੍ਰੋਸੈਸ ਸ਼ੁਰੂ ਹੋ ਗਿਆ ਉਦੋਂ ਘੱਟੋ ਘੱਟ ਵੀ ਜਿਹੜਾ ਸਾਲ ਦਾ ਸਮਾਂ ਜਿਹੜਾ ਉਹ ਸਾਰੇ ਪ੍ਰੋਸੈਸ 'ਚ ਲੱਗਦਾ ਆ, ਅਤੇ ਹਾਲੇ ਉੱਧਰ ਪ੍ਰੋਸੈਸ ਇਹਨਾਂ ਨੇ ਚੇਅਰਮੈਨ ਲਾਤਾ ਜੀ, ਕਮਿਸ਼ਨਰ ਲਾਤਾ ਆ, ਉਹਨੂੰ ਹਾਲੇ ਤੱਕ ਮੈਂ ਜਾ ਕੇ ਆਇਆ ਸੀਗਾ ਉਹਨਾਂ ਦੇ ਦਫ਼ਤਰ ਦੇ ਵਿੱਚ, ਕੋਈ ਜਿਹੜੇ ਕਲਰਕ ਨੇ ਕੋਈ ਉਹਨਾਂ ਨੂੰ ਦਫ਼ਤਰ ਦੇ ਵਿੱਚ ਫਰਨੀਚਰ ਨਹੀਂ ਦਿੱਤਾ ਗਿਆ, ਕੋਈ ਕੰਪਿਊਟਰ ਨਹੀਂ ਦਿੱਤੇ ਗਏ, ਅਤੇ ਜਦੋਂ ਤੁਸੀਂ ਸਾਜੋ ਸਮਾਨ ਨਹੀਂ ਜਾਣਾ ਉਹ ਕੰਮ ਕੀ ਕਰਨਗੇ। ਸੋ ਇਸ ਤਰੀਕੇ ਨਾਲ ਹਾਲੇ ਤਾਂ ਮੈਨੂੰ ਸਰਕਾਰ ਦੀ ਸਿਰਦ ਨਹੀਂ ਲੱਗਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾ ਹੀ ਉਹਨਾਂ ਵਾਸਤੇ ਕੋਈ ਵੱਡਾ ਮਸਲਾ ਆ। ਉਹ ਕਹਿੰਦੇ ਵੀ ਸਿੱਖਾਂ ਦਾ ਮਸਲਾ ਆ, ਹੁਣ ਮਤਲਬ ਬਾਦਲ ਸਾਹਿਬ ਚਲਾਉਂਦੇ, ਫਿਰ ਕੋਈ ਹੋਰ ਧੜਾ ਆ ਜਾਏਗਾ, BJP ਨੇ ਤਾਂ ਉੱਥੇ ਡਾਇਰੈਕਟ ਆਉਣਾ ਨਹੀਂ ਗਾ। ਤੋ ਇਸ ਕਰਕੇ ਉਹ ਜਦੋਂ ਉਹ ਜਿੰਨਾ ਚਿਰ, ਕਿਉਂਕਿ ਹੁਣ ਜਿਹੜਾ ਪੰਜਾਬ 'ਚ ਮਾਹੌਲ ਹੈ ਉਹ ਉਹ ਜਿਹੜੇ BJP ਨਾਲ ਅਲਾਈਨਮੈਂਟ ਜਿਨ੍ਹਾਂ ਦੀ ਹੈਗੀ ਹੈ ਉਹਨਾਂ ਦੇ ਐਂਟੀ ਹੈਗੇ, ਐਂਟੀ ਚੱਲ ਰਿਹਾ, ਤਾਂ ਹਾਲੇ ਤੱਕ ਮੇਰੇ ਖਿਆਲ ਉਹ ਸ਼ੋਰ ਕਰਨਗੇ ਕਿ ਉਹਨਾਂ ਦੇ ਮਨ ਭਾਉਂਦੇ ਜਿਹੜੇ ਲੀਡਰ ਆ ਉਹ ਸੱਤਾ 'ਤੇ ਕਾਬਜ਼ ਹੋ ਸਕਣ। ਉਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਵੀ ਲੋਕ ਇਲੈਕਸ਼ਨ ਵਾਸਤੇ ਮੈਦਾਨ 'ਚ ਆਏ ਹੈ, ਕਿਸੇ ਕੋਲ ਵੱਖਰਾ ਏਜੰਡਾ ਤਾਂ ਹੈ ਨਹੀਂ, ਸਾਰੇ ਗੋਲ 'ਤੇ ਕਬਜ਼ ਹੋਣਾ ਚਾਹੁੰਦੇ ਆ। ਬਾਦਲ ਸਾਹਿਬ ਨੂੰ ਲਾ ਕੇ ਇੱਕ ਦੂਸਰਾ ਗਰੁੱਪ ਆ ਜਾਏਗਾ, ਸੁਸਾਇਟੀ ਨੂੰ, ਸਮਾਜ ਨੂੰ ਉਹਦਾ ਕੋਈ ਬਹੁਤਾ ਵੱਡਾ ਬੈਨੀਫਿਟ ਨਹੀਂ ਹੋਏਗਾ। ਅੱਜ ਜਥੇਦਾਰ ਬਾਦਲ ਸਾਹਿਬ ਦੇ ਲਿਫਾਫੇ 'ਚੋਂ ਨਿਕਲਦੇ ਆ, ਕੱਲ੍ਹ ਨੂੰ ਕਿਸੇ ਹੋਰ ਜਿਹੜਾ ਨਵਾਂ ਧੜਾ ਆਏਗਾ ਉਹਦੇ ਲਿਫਾਫੇ 'ਚ ਨਿਕਲਣਗੇ। ਸਿੱਖਾਂ ਦੀਆਂ ਬੇਸਿਕ ਜਿਹੜੀਆਂ ਪ੍ਰੋਬਲਮ ਨੇ ਜਾਂ ਸੰਗਤਾਂ ਦੀਆਂ ਬੇਸਿਕ ਪ੍ਰੋਬਲਮ ਨੇ ਉਹਨੂੰ ਕੋਈ ਹੱਲ ਕਰਨ ਵਾਸਤੇ ਹਾਲੇ ਕੋਈ ਵਾਅਦਾ ਵੀ ਨਹੀਂ ਕਰ ਰਿਹਾ। ਜਿਹੜੇ ਜਿੰਨੇ ਵੀ ਕਲੇਮ ਵਾਲੇ ਧੜੇ ਹੈ, ਕੋਈ ਉਹਨਾਂ ਕੋਲ ਚੋਣ ਏਜੰਡਾ ਹੋਵੇ ਕਿ ਅਸੀਂ ਇਲੈਕਸ਼ਨ ਲੜਨ ਤੋਂ ਬਾਅਦ ਆਹ ਤਬਦੀਲੀ ਲੈ ਕੇ ਆਵਾਂਗੇ। ਸ਼੍ਰੋਮਣੀ 100 ਸਾਲ ਪੁਰਾਣਾ ਭੋਗਲ ਜੀ ਜਿਹੜਾ ਇਹ ਕਾਨੂੰਨ ਐਕਟ ਹੈ ਭਾਰਤ ਦੇ ਸੰਵਿਧਾਨ ਵਿੱਚ ਜਿਹੜਾ 1950 'ਚ ਲਾਗੂ ਹੋਇਆ, ਉਹਦੇ ਵਿੱਚ ਇੰਨੀਆਂ ਤਬਦੀਲੀਆਂ ਅਤੇ ਸੋਧਾਂ ਹੋ ਗਈਆਂ ਨੇ ਸਮੇਂ ਮੁਤਾਬਕ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ 100 ਸਾਲ ਹੋਣ ਜਾ ਰਹੇ ਆ ਉਹਦੇ ਵਿੱਚ ਕੋਈ ਸੋਧ ਨਹੀਂ, ਉਹਦੇ ਵਿੱਚ ਕੋਈ ਤਰਮੀਮ ਨਹੀਂ ਕੀਤੀ, ਉਹਦੇ ਵਿੱਚ ਇੰਨੀਆਂ ਉਹਨੂੰ ਅਪਡੇਟ ਕਰਨ ਦੀ ਲੋੜ ਹੈਗੀ ਆ, ਅਤੇ ਉਹਦੇ ਵਾਸਤੇ ਕੋਈ ਧੜਾ ਹਾਲੇ ਤਾਂ ਮੰਗ ਵੀ ਨਹੀਂ ਉਠਾ ਰਿਹਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਛੇੜੀ ਹੈ ਅਤੇ ਉਹਦਾ ਜ਼ਿਕਰ ਕਰਨਾ ਵੀ ਬਣਦਾ। ਕਹਿੰਦੇ ਤੋੜ ਭੱਜ ਉੱਧਰਲੇ ਪਾਸੇ ਵੀ ਬੜੀ ਚੱਲ ਰਹੀ ਹੈ, ਮੀਟਿੰਗਾਂ ਹੋਈਆਂ, ਤੁਹਾਡੇ ਨੇੜੇ ਹੀ ਦਫ਼ਤਰ ਹੈਗਾ ਉਹਨਾਂ ਦਾ, ਅਤੇ ਮੀਟਿੰਗਾਂ ਲਗਾਤਾਰ ਚੱਲ ਰਹੀਆਂ, ਪਰ ਕਹਿੰਦੇ ਪ੍ਰਧਾਨਗੀ ਦੀ ਕੁਰਸੀ ਉੱਥੇ ਹੀ ਟਿਕੀ ਹੋਈ, ਬਾਕੀ ਸਾਰੀ ਤੋੜ ਭੱਜ ਹੋ ਗਈ ਹੈ। ਬਿਲਕੁਲ ਗੱਲ ਤਾਂ ਇਹ ਹੈ ਜੀ, ਉੱਥੇ ਜਿਹੜਾ ਅਕਾਲੀ ਦਲ ਦਾ ਸੰਕਟ ਹੈ, ਅਕਾਲੀ ਲੀਡਰਸ਼ਿਪ ਦਾ ਸੰਕਟ ਹੈ, ਉਹ ਇਹ ਹੈ ਕਿ ਉੱਥੇ ਹੁਣ ਸੈਕਿੰਡ ਕਲਾਸ ਦੀ ਕੋਈ ਜਿਹੜੀ ਹੈ ਉਹ ਲੀਡਰਸ਼ਿਪ ਹੈ ਨਹੀਂ ਗੀ। ਜਿਹੜੀ ਹੈਗੀ ਹੈ ਲੀਡਰਸ਼ਿਪ ਉਹ ਸਾਰੇ ਉਸੇ ਰੋਗ ਦਾ ਸ਼ਿਕਾਰ ਹੈ, ਜਿਹੜਾ ਰੋਗ ਦਾ ਪਰਿਵਾਰਵਾਦ ਦਾ, ਜਿਹਦੇ ਕਰਕੇ ਸੁਖਬੀਰ ਬਾਦਲ ਨੂੰ ਬਾਹਰ ਭੇਜਿਆ ਜਾ ਰਿਹਾ ਜਾਂ ਉਹਦੇ ਮੰਗ ਕੀਤੀ ਜਾ ਰਹੀ ਹੈ ਝੁੰਦਾ ਕਮੇਟੀ ਵੱਲੋਂ। ਖਾਸ ਕਰਕੇ ਉਹਨਾਂ ਨੇ 114 ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਰਾਏ ਲਈ ਹੈ, ਅਤੇ ਉਹ ਇਸ ਰਿਜ਼ਲਟ 'ਤੇ ਪਹੁੰਚੇ ਹੈ ਕਿ ਇਸ ਲੀਡਰਸ਼ਿਪ ਦੇ ਥੱਲੇ ਜਿਹੜਾ ਅਕਾਲੀ ਦਲ ਦੁਆਰਾ ਜਿਹੜਾ ਉਹ ਪੈਰ ਨਹੀਂ ਲਾ ਸਕਦਾ, ਅਤੇ ਇਸ ਵਾਸਤੇ ਉਹ ਬਦਲਣਾ ਚਾਹੀਦਾ। ਬਦਲ ਕੇ ਲੈ ਕੇ ਕਿਹਨੂੰ ਆਉਣਗੇ? ਭੁੰਦਰ ਸਾਹਿਬ ਉਹੀ ਰੋਗ ਦਾ ਸ਼ਿਕਾਰ ਹੈ, ਉਹਨੂੰ ਵੀ ਆਪਣੇ ਪਰਿਵਾਰਵਾਦ ਹੈ।
ਕੋਈ ਅਕਾਲੀ ਦਲ ਦਾ ਅਗਲੀ ਪੀੜ੍ਹੀ ਦੇ ਵਿੱਚ ਦੱਸਦਾ ਹੋਵੇ ਕਿ ਉਹ ਬੰਦਾ ਜਿਹੜਾ ਪਰਿਵਾਰਵਾਦ ਨਹੀਂ ਹੈਗਾ, ਜਿਹੜੇ ਲੀਡਰ ਹੈ ਵੀ ਹੈ ਜਿਹੜੇ ਪਰਿਵਾਰਵਾਦ ਕਰਕੇ ਨਹੀਂ ਆਏ ਜਾਂ ਪਰਿਵਾਰਵਾਦ ਜਿਨ੍ਹਾਂ ਤੇ ਨਹੀਂ ਦੋਸ਼ ਲੱਗਦਾ, ਉਹ ਕਿਸੇ ਲਾਈਨ 'ਚ ਨਹੀਂ। ਕਰਨੈਲ ਸਿੰਘ ਪੰਜੋਲੀ, ਧਾਮੀ ਜਾਂ ਅਸੀਂ ਹੋਰ ਇਸ ਤਰ੍ਹਾਂ ਦੇ ਲੀਡਰ ਲੈ ਲਈਏ ਜਿਨ੍ਹਾਂ 'ਚ ਨਹੀਂ ਹੈ। ਬਾਕੀ ਲੀਡਰ ਤਾਂ ਸਾਰੇ ਉਹੀ ਆ ਜਿਹੜੇ ਆਪਣੇ ਪਹਿਲਾਂ ਬੱਚਿਆਂ ਨੂੰ ਅੱਗੇ ਲੈ ਕੇ ਆਏ ਆ, ਤੇ ਆਏ ਵੀ ਉਹ ਆਪਣੇ ਪਰਿਵਾਰ ਕਰਕੇ ਅੱਗੇ ਆ। ਉਹ ਹੁਣ ਇਹ ਵੱਡਾ ਸੰਕਟ ਹੈ। ਹੁਣ ਜੇ ਤੁਸੀਂ ਸੁਖਬੀਰ ਬਾਦਲ ਨੂੰ ਲਾਂਭੇ ਕਰਨਾ ਆ ਤਾਂ ਉਹਦੇ ਵਾਸਤੇ ਤੁਹਾਨੂੰ ਇੱਕ ਵੱਡਾ ਇੱਕ ਲੀਡਰਸ਼ਿਪ ਦੇ ਵਿੱਚ ਤਬਦੀਲੀ, ਬੁਨਿਆਦੀ ਤਬਦੀਲੀ ਚਾਹੀਦੀ ਆ। ਉਹ ਹਾਲੇ ਨਹੀਂ ਹੋ ਸਕਦੀ ਕਿਉਂਕਿ ਇੱਕ ਧੜਾ ਜਿਹੜਾ ਪੈਸੇ ਇਹ ਅਲੀਟ ਸਿੱਖਾਂ ਦਾ ਕਬਜ਼ਾ ਹੋ ਗਿਆ ਅਕਾਲੀ ਦਲ ਦੇ ਵਿੱਚ, ਤੇ ਉਹਦੇ ਵਿੱਚ ਆਮ ਸਧਾਰਨ ਸਿੱਖ ਤਾਂ ਜਾ ਨਹੀਂ ਸਕਦਾ। ਉਹ ਕੋਈ ਅਲੀਟ ਸਿੱਖਾਂ ਵਿੱਚੋਂ ਵੱਡਾ ਲੀਡਰ ਐਡਾ ਨਹੀਂ ਜਿਹੜਾ ਸੁਖਬੀਰ ਬਾਦਲ ਦਾ ਮੁਕਾਬਲਾ ਕਰ ਸਕੇ। ਇਸ ਕਰਕੇ ਅੱਗੇ ਪਿੱਛੇ ਲੀਡਰ ਗੱਲਾਂ ਕਰਦੇ ਆ। ਜਦੋਂ ਸੁਖਬੀਰ ਬਾਦਲ ਸਾਹਿਬ ਪ੍ਰਧਾਨਗੀ ਦੀ ਕੁਰਸੀ ਤੇ ਬੈਠੇ ਹੁੰਦੇ ਆ, ਉਦੋਂ ਸਾਹਮਣੇ ਉਹਦੇ ਚੁੱਪ ਕਰ ਜਾਂਦੇ, ਜਦੋਂ ਹਿੰਮਤ ਹੀ ਨਹੀਂ ਹੈ ਕਿ ਉਹਦੇ ਖਿਲਾਫ ਜਿਹੜਾ, ਕਿਉਂਕਿ ਇਹਨਾਂ ਸਾਰੇ ਲੋਕਾਂ ਨੇ ਪਿਛਲੇ ਜਦੋਂ ਤੋਂ ਅਕਾਲੀ ਦਲ ਦਾ ਗਿਰਾਵਟ ਸ਼ੁਰੂ ਹੈ, ਡਿਕਲਾਈਨ ਸ਼ੁਰੂ ਹੋਈ ਹੈ, ਇਹ ਸਾਰੇ ਲੋਕ ਬਰਾਬਰ ਦੇ ਭਾਗੀਦਾਰ ਰਹੇ ਹੈ ਵਿੱਚ। ਉਹ ਸੱਤਾ ਦਾ ਆਨੰਦ ਮਾਣਦੇ ਰਹੇ ਹੈ, ਤੇ ਹੁਣ ਉਹ ਜਦੋਂ ਸੱਤਾ ਚਲੀ ਗਈ ਹੈ, ਅਕਾਲੀ ਦਲ ਸੰਕਟ ਵਿੱਚ ਹੈ, ਤੇ ਹੁਣ ਇਹਨਾਂ ਕੋਲ ਮੌਲਿਕ ਤੌਰ 'ਤੇ ਬੁਨਿਆਦੀ ਤੌਰ 'ਤੇ ਉਨੀ ਪਾਵਰ ਨਹੀਂ ਰਹੀ ਜਿਹੜੀ ਜ਼ਮੀਰ ਦੀ ਕਿ ਉਹ ਮੰਗ ਕਰ ਸਕਣ। ਕੂੜ ਸਿਆਸਤਦਾਨ ਉਹੀ ਹੁੰਦਾ ਜਿਹੜਾ ਸਾਰਿਆਂ ਨੂੰ ਥੋੜਾ ਥੋੜਾ ਕਾਣਾ ਕਰਕੇ ਰੱਖੇ। ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਹਾਲਾਤ ਇਹੀ ਨੇ ਕਿ ਥੋੜਾ ਥੋੜਾ ਕਾਣਾ ਸਾਰਿਆਂ ਨੂੰ ਕੀਤਾ ਹੋਇਆ, ਕਿਸੇ ਨੂੰ ਕੋਈ ਅਹੁਦਾ, ਕਿਸੇ ਨੂੰ ਕੋਈ ਅਹੁਦਾ। ਪਰਿਵਾਰਵਾਦ ਦੀ ਜੇ ਕੋਈ ਗੱਲ ਵੀ ਕਰਦਾ ਤਾਂ ਆਪ ਹੀ ਉਸੇ ਰੋਗ ਦਾ ਸ਼ਿਕਾਰ ਆ, ਜਿਵੇਂ ਤੁਸੀਂ ਦੱਸ ਰਹੇ ਸੀਗੇ। ਇੱਕ ਬੜੀ ਅਹਿਮ ਚੀਜ਼ ਇੱਥੇ, ਇਹ ਖੇਤਰੀ ਪਾਰਟੀ ਨੂੰ ਲੈ ਕੇ ਬੜੇ ਸਵਾਲ ਰਹਿੰਦੇ ਨੇ ਕਿ ਖੇਤਰੀ ਪਾਰਟੀ ਦਾ ਹੋਣਾ ਬੜਾ ਲਾਜ਼ਮੀ ਹੈ, ਕਿਉਂਕਿ ਖੇਤਰੀ ਪਾਰਟੀ ਹੀ ਖੇਤਰ ਦੇ ਜਿਹੜਾ ਵੀ ਸੂਬਾ ਹੈਗਾ ਉਹਦੇ ਮੁੱਦੇ ਜਾਂ ਮਸਲੇ ਚੱਕ ਸਕਦੀ ਹੈਗੀ। ਅਕਾਲੀ ਦਲ ਨਿਘਾਰ ਦੇ ਵੱਲਾਂ ਤੇ ਕਿਉਂਕਿ ਦਰਸ਼ਕਾਂ ਦੇ ਨਾਲ ਸਾਡਾ ਲਗਾਤਾਰ ਸਵਾਲਾਂ ਦੇ ਕਿਉਂਕਿ ਟਿੱਪਣੀਆਂ ਸਾਡੇ ਤੱਕ ਪਹੁੰਚਦੀਆਂ ਰਹਿੰਦੀਆਂ, ਤਾਂ ਉਹਦੇ ਵਿੱਚ ਇੱਕ ਬੜੀ ਅਹਿਮ ਗੱਲ ਕਰ ਰਹੇ ਸੀ ਇੱਕ ਦਰਸ਼ਕ। ਉਹਨਾਂ ਨੇ ਕਿਹਾ ਕਿ ਜਿਹੜਾ ਬਰਗਾੜੀ ਦਾ ਮੋਰਚਾ ਲੱਗਾ, ਕਿ ਉਹਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਨਵੀਂ ਲੀਡਰਸ਼ਿਪ ਨਿਕਲ ਸਕਦੀ ਹੈ ਜੇ ਉਹ ਬਰਗਾੜੀ ਮੋਰਚਾ ਸਫਲ ਤਰੀਕੇ ਨਾਲ ਅੱਗੇ ਵਧਾਇਆ ਜਾਂਦਾ? ਬਿਲਕੁਲ। ਲੀਡਰਸ਼ਿਪ ਤਾਂ ਦੇਖੋ ਪੰਜਾਬ ਦੀ ਕਿਤੋਂ ਆਕਾਸ਼ 'ਚੋਂ ਨਹੀਂ ਡਿੱਗਣੀ, ਆਉਣੀ ਸਾਡੇ 'ਚੋਂ ਹੀ ਹੈ, ਇਹ ਦੋਰਾਵਾਂ ਨੇ। ਪਰੰਤੂ ਜਿਹੜੀ ਲੀਡਰਸ਼ਿਪ ਉੱਥੇ ਹੁਣ ਤੱਕ ਪਹਿਲਾਂ ਕਲੇਮ ਕਰਦੀ ਰਹੀ ਹੈ, ਉਹ ਲੀਡਰਸ਼ਿਪ ਨੇ ਤਾਂ ਫੇਲ ਹੋਈ ਆ, ਕਿਉਂਕਿ ਵੱਡਾ ਇੱਕ ਐਜੀਟੇਸ਼ਨ ਲੈਣ ਦੇ ਵਿੱਚ ਉਹਨਾਂ ਨੂੰ ਕਾਂਗਰਸ ਤੋਂ ਕੋਈ ਮਿਨਿਸਟਰ ਜਾਂਦੇ ਆ ਤੇ ਉਹਨਾਂ ਦਾ ਮੋਰਚਾ ਚੁਕਾ ਦਿੰਦੇ ਆ। ਉਹ ਕੋਈ ਉਹਦੇ 'ਚ ਕੋਈ ਅਸੀਂ ਕੋਈ ਵੱਡਾ ਉਹਦਾ ਅਸੀਂ ਕਿ ਪੋਲੀਟੀਕਲ ਵਿਜ਼ਨ ਨਹੀਂ ਹੈਗਾ, ਕਿ ਉਹੀ ਲੋਕ ਨੇ ਜਿਹੜੇ 1985 ਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਿਆਦਾ ਪੰਥਕ ਲੋਕ ਉਹ ਨੇ ਜਿਨ੍ਹਾਂ ਨੂੰ ਬਾਦਲ ਨੇ ਆਪਣੀ ਪਾਰਟੀ 'ਚੋਂ ਕੱਢਿਆ ਹੋਇਆ ਸੀਗਾ। ਮਤਲਬ ਕੋਈ ਉਹਨਾਂ ਦਾ ਆਪਣੀ ਕੋਈ ਕ੍ਰੈਡੀਬਿਲਿਟੀ ਬਹੁਤ ਵੱਡੀ ਨਹੀਂ ਹੈਗੀ। ਜਿਹੜੀ ਸਾਨੂੰ ਸਪੇਸ ਭਰ ਸਕਦੀ ਸੀ ਉਹ ਸਿਮਰਜੀਤ ਮਾਨ ਤੋਂ ਮਾੜੀ ਮੋਟੀ ਆਸ ਸੀਗੀ, ਤੇ ਉਹ ਵੀ ਹਾਲੇ ਤੱਕ ਜਦੋਂ ਦੇ ਜਿੱਤੇ ਆ ਉਸ ਤਰ੍ਹਾਂ ਕੋਈ ਆਪਣੀ ਪਾਰਟੀ ਨੂੰ ਜਥੇਬੰਦੀ ਕਰਨ ਵਾਸਤੇ ਉਹਨਾਂ ਦਾ ਕੋਈ ਉਪਰਾਲਾ ਨਜ਼ਰ ਨਹੀਂ ਆ ਰਿਹਾ, ਤੇ ਫਿਲਹਾਲ ਤਾਂ ਔਖਾ ਲੱਗ ਰਿਹਾ ਆ। ਪਰੰਤੂ ਜਦੋਂ ਕੋਈ ਟੁੱਟ ਭੱਜ ਹੁੰਦੀ ਆ ਉਹਦੇ ਵਿੱਚੋਂ ਕੋਈ ਨਾ ਕੋਈ ਸਪੇਸ ਤਾਂ ਖਲਾ ਤਾਂ ਰਹਿੰਦਾ ਨਹੀਂ, ਪੋਲੀਟੀਕਲ ਖਲਾ ਤਾਂ ਹਮੇਸ਼ਾ ਨਹੀਂ ਰਹਿਣਾ ਹੈਗਾ, ਕਿਸੇ ਨਾ ਕਿਸੇ ਨੇ ਭਰਨਾ ਆ। ਤੋ ਇੱਕ ਇਹਦੇ 'ਚ ਕੋਈ ਦੋ ਰਾਹ ਨਹੀਂ ਕਿ ਖੇਤਰੀ ਪਾਰਟੀ ਪੰਜਾਬ 'ਚ ਨਹੀਂ, ਹਿੰਦੁਸਤਾਨ 'ਚ ਹੀ ਸਾਰੇ ਪਾਸੇ ਚਾਹੀਦੀ ਹੈ। ਜੇ ਤੁਸੀਂ ਡੈਮੋਕ੍ਰੇਸੀ ਨੂੰ ਬਣਾ ਕੇ ਰੱਖਣਾ ਆ ਤਾਂ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਇਹ ਲੋਕਤੰਤਰ ਲਈ ਬਹੁਤ ਘਾਤਕ ਸਿੱਧ ਹੁੰਦੀਆਂ ਨੇ। ਵੈਰਾਇਟੀ ਹੈ ਜਿਹੜੀ ਸਾਡਾ ਯੂਨੀਅਨ ਆਫ ਸਟੇਟ ਹੈ, ਸਾਡਾ ਦੇਸ਼ ਹੈਗਾ ਆ, ਇਹ ਗਣਤੰਤਰ ਹੈਗਾ ਆ, ਕਈ ਰਾਜਾਂ ਦਾ ਗਣਤੰਤਰ ਹੈਗਾ। ਸੋ ਰਾਜਾਂ ਦੇ ਵਿੱਚ ਆਪਣੀ ਇੱਕ ਉਹਨਾਂ ਦੀ ਪਛਾਣ, ਆਪਣੀ ਇੱਕ ਹੋਂਦ ਬਰਕਰਾਰ ਰਹਿਣੀ ਬਹੁਤ ਜ਼ਰੂਰੀ ਹੈ। ਲੇਕਿਨ ਉਹਦੇ ਵਾਸਤੇ ਇਹ ਬਹੁਤ ਮਾੜਾ ਪੱਖ ਹੈ ਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਸੀਗੀਆਂ, ਇੱਕ ਅੱਧੀ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗੱਚ-ਗੱਚ ਹੋ ਗਈਆਂ ਨੇ, ਤੇ ਉਹ ਲੋਕ ਜਿਹੜੇ ਨਿਰਾਸ਼ ਹੋ ਕੇ ਫਿਰ ਰਾਸ਼ਟਰੀ ਪਾਰਟੀਆਂ ਵੱਲ ਮੁੜ ਜਾਂਦੇ। ਜਿਸ ਤਰ੍ਹਾਂ ਕਿ ਹਰਿਆਣੇ ਦੇ ਵਿੱਚ ਚੌਟਾਲਿਆਂ ਦਾ ਹਾਲ ਹੋਇਆ ਆ, ਉਧਰ ਜੈ ਲਲਿਤਾ ਦਾ ਹੋਇਆ, ਕਾਫੀ ਸਟੇਟਾਂ ਦੇ ਵਿੱਚ ਜਿੱਥੇ ਰੀਜਨਲ ਪਾਰਟੀਆਂ ਸੀਗੀਆਂ ਉਹਨਾਂ ਦੀ ਲੀਡਰਸ਼ਿਪ ਹੈ ਜਿਹੜੀ ਉਹ ਪਰਿਵਾਰਵਾਦ ਦਾ ਸ਼ਿਕਾਰ ਹੋ ਕੇ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸ ਗਈ ਹੈ। ਅਕਾਲੀ ਦਲ ਨਾਲ ਵੀ ਇਹੀ ਹੋਇਆ। ਸੋ ਇਸ ਕਰਕੇ ਇੱਕ ਨਵੀਂ ਐਜੀਟੇਸ਼ਨ ਦੀ ਜ਼ਰੂਰਤ ਹੈਗੀ ਆ। ਸਾਊਥ ਦੇ ਵਿੱਚ ਬੜੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਹੋਰ ਕਈ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉੱਥੇ ਇਹ ਜਿਹੜੀ ਮੰਗ ਹੈ ਬਹੁਤ ਵੱਡੇ ਪੱਧਰ 'ਤੇ ਚੱਲ ਰਹੀ ਹੈ, ਅਤੇ ਆਸ ਹੈ ਕਿ ਹਿੰਦੁਸਤਾਨ ਦੇ ਵਿੱਚ ਇਵੇਂ ਦੀ ਲਹਿਰ ਚੱਲੇਗੀ ਜਿਹੜੀ ਖੇਤਰੀ ਪਾਰਟੀਆਂ ਦੇ ਉਭਾਰ ਵਾਸਤੇ ਕੋਈ ਮੌਕਾ ਲੈ ਕੇ ਆਏਗੀ। ਸੋ ਸਨ ਸਿੱਖ ਆਗੂ ਖੁਸ਼ਹਾਲ ਸਿੰਘ ਜਿਨ੍ਹਾਂ ਨਾਲ ਗੱਲਬਾਤ ਕਰਕੇ ਇਹ ਜਿਹੜੇ ਅਹਿਮ ਮਸਲੇ ਸੀਗੇ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਸੀ, ਉਹਨਾਂ ਤੇ ਚਰਚਾ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿਖਾਇਆ ਕੀ ਜਾ ਰਿਹਾ, ਕੀਤਾ ਕੀ ਜਾ ਰਿਹਾ ਤੇ ਅਸਲ ਹਕੀਕਤ ਕੀ ਹੈਗੀ ਆ। ਕਿਸ ਤਰੀਕੇ ਨਾਲ ਲੋਕਾਂ ਨੂੰ ਇਹਨਾਂ ਮਸਲਿਆਂ ਦੇ ਵਿੱਚ ਉਲਝਾਇਆ ਜਾ ਰਿਹਾ, ਕਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਵੀ ਟੋਹ ਕੇ ਦੇਖ ਰਹੀ ਹੈ, ਤੇ ਉਹ ਟੋਹਣ ਦਾ ਕਾਰਨ ਕੀ ਹੈਗਾ, ਉਹਦੇ ਪਿੱਛੇ ਜਿਹੜੀ ਰਣਨੀਤੀ ਕੀ ਛੁਪੀ ਹੋਈ ਹੈ, ਉਸ ਤੇ ਵੀ ਬੜੇ ਵਿਵਾਕੀ ਦੇ ਨਾਲ ਆਪਣਾ ਪੱਖ ਰੱਖਿਆ ਹੈਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।